ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਅੱਜ ਅਸੀਂ ਆਪ ਜੀ ਦੇ ਨਾਲ ਜੋ ਵਿਚਾਰ ਸਾਂਝੀ ਕਰਨੀ ਜਾ ਰਹੇ ਹਾਂ, ਉਹ ਵਿਚਾਰ ਹੈ ਕਿ ਹੁਕਮਨਾਮਾ ਕਿਉਂ ਲੈਣਾ ਹੈ, ਹੁਕਮਨਾਮਾ ਕਿਵੇਂ ਲੈਣਾ ਹੈ, ਔਰ ਹੁਕਮਨਾਮਾ ਸਾਨੂੰ ਕਦੋਂ ਲੈਣਾ ਚਾਹੀਦਾ ਹੈ। ਭਾਵ ਗੁਰੂ ਦਾ ਵਾਕ ਲੈਣਾ ਜਾਂ ਸੁਣਨਾ। ਇਸ ਬਾਰੇ ਵਿਚਾਰ ਅਸੀਂ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਯਤਨ ਕਰ ਰਹੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ, ਗੁਰੂ ਰੂਪ ਸੰਗਤ ਦੇ ਅਦਬ ਨਾਲ ਦਰਸ਼ਨ ਕਰਨੇ ਤੇ ਹੁਕਮਨਾਮਾ ਆਵਾਜ਼ਾਂ ਲੈਣਾ ਜਾਂ ਸੁਣਨਾ ਸਤਿਗੁਰੂ ਦੇ ਦਰਸ਼ਨ ਹਨ। ਹੁਕਮਨਾਮਾ ਵਾਕ ਲੈਣ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲ ਚੁੱਕ ਕੇ ਦਰਸ਼ਨ ਕਰਨਾ ਜਾਂ ਕਰਾਉਣਾ ਮਨਮੱਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸਾ ਸੋਧ ਕੇ ਪ੍ਰਕਾਸ਼ ਕੀਤਾ ਜਾਵੇ। ਪ੍ਰਕਾਸ਼ ਕਰਨ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਕ ਲਿਆ ਜਾਵੇ। ਖਿਆਲ ਰੱਖਣਾ ਹੈ, ਹੁਕਮਨਾਮਾ ਲੈਣ ਲੱਗਿਆਂ ਖੱਬੇ ਪੰਨੇ ਦੇ ਉਤਲੇ ਪਾਸਿਓਂ ਪਹਿਲਾ ਸ਼ਬਦ ਜੋ ਜਾਰੀ ਹੈ, ਉਸ ਤੋਂ ਆਰੰਭ ਤੋਂ ਪੜ੍ਹਨਾ। ਜੇਕਰ ਉਹ ਸ਼ਬਦ ਦਾ ਮੁੱਢ ਪਿਛਲੇ ਪੰਨੇ ਤੋਂ ਸ਼ੁਰੂ ਹੋ ਰਿਹਾ ਹੈ, ਤਾਂ ਪੱਤਰਾ ਪਰਤ ਕੇ ਪੜ੍ਹਨਾ ਸ਼ੁਰੂ ਕਰੋ ਅਤੇ ਸ਼ਬਦ ਸਾਰਾ ਪੜ੍ਹੋ। ਜੇ ਹੁਕਮਨਾਮਾ ਸਾਹਿਬ ਵਾਰ ਵਿੱਚੋਂ ਆ ਜਾਵੇ ਤੇ ਉਸ ਦੀ ਵਾਰ ਦੀ ਜੋ ਵੀ ਸ਼ਲੋਕ ਮਹੱਲਾ ਹੈ, ਫਿਰ ਕੱਲਾ ਮਹੱਲਾ ਹੈ, ਫਿਰ ਪੌੜੀ ਹੈ, ਉਹ ਸਾਰਾ ਹੀ ਭਾਵ ਸ਼ਲੋਕ ਤੇ ਮਹੱਲਾ ਤੇ ਪੌੜੀ ਪੜ੍ਹਨੀ ਚਾਹੀਦੀ ਹੈ। ਸ਼ਬਦ ਦੇ ਅੰਤ ਵਿੱਚ ਜਿੱਥੇ ਨਾਨਕ ਨਾਮ ਆ ਜਾਵੇ, ਉੱਥੇ ਸਮਾਪਤੀ ਕੀਤੀ ਜਾਵੇ। ਜੇਕਰ ਕਿਸੇ ਗੁਰੂ ਪਿਆਰੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੋਂ ਹੀ ਪ੍ਰਕਾਸ਼ ਹੋਏ ਸਰੂਪ ਤੋਂ ਹੁਕਮਨਾਮਾ ਲੈਣਾ ਹੋਵੇ, ਤਦੋਂ ਉਸ ਨੂੰ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜਾਣ ਤੋਂ ਪਹਿਲਾਂ 5 ਇਸ਼ਨਾਨਾਂ ਕਰਕੇ ਹੱਥਾਂ ਪੈਰਾਂ ਦੀ ਸਫਾਈ ਕਰ ਲੈਣੀ ਚਾਹੀਦੀ ਹੈ। ਉਪਰੰਤ ਗੁਰੂ ਹਜ਼ੂਰੀ ਵਿੱਚ ਜਾ ਕੇ ਜਥਾ ਸ਼ਕਤ ਦਰਸ਼ਨੀ ਭੇਟ ਰੱਖ ਕੇ ਨਮਸਕਾਰ ਕਰਕੇ ਤਾਬਿਆ ਸੱਜ ਜਾਣਾ ਚਾਹੀਦਾ ਹੈ। ਮਨ ਬਿਰਤੀ ਇਕਾਗਰ ਕਰਕੇ ਚੌਰ ਸਾਹਿਬ ਕਰਦਿਆਂ ਕੁਝ ਸਮਾਂ ਮੂਲ ਮੰਤਰ ਜਾਂ ਗੁਰ ਮੰਤਰ ਦਾ ਜਾਪ ਕਰੇ। ਉਪਰੰਤ ਦਰਸ਼ਨਾਂ ਦੀ ਸਿੱਕ ਜਾਂ ਗੁਰੂ ਉਸਤਤ ਦੇ ਸ਼ਬਦ ਮੰਗਲ ਪੜ੍ਹਦਿਆਂ ਸਹਿਜ ਨਾਲ ਗੁਰੂ ਸਾਹਿਬ ਜੀ ਦੇ ਉੱਪਰੋਂ ਰੁਮਾਲੇ ਪਲਕਾਂ ਉਤਾਰ ਕੇ ਖੱਬੇ ਜਾਂ ਸੱਜੇ ਪਾਸੇ ਤੋਂ ਥੋੜੇ ਪੱਤਰੇ ਪਰਤ ਲਏ ਅਤੇ ਮੁੜ ਖੱਬੇ ਪੰਨੇ ਦੇ ਆਰੰਭ ਦਾ ਸ਼ਬਦ ਪੜ੍ਹੇ। ਜੇਕਰ ਇਹ ਸ਼ਬਦ ਪਿਛਲੇ ਪੰਨੇ ਤੋਂ ਚੱਲ ਰਿਹਾ ਹੋਵੇ, ਤਦ ਖੱਬਾ ਪੰਨਾ ਮੁੜ ਪਰਤ ਕੇ ਮੁੱਢ ਤੋਂ ਸਾਰਾ ਸ਼ਬਦ ਹੁਕਮਨਾਮੇ ਦੇ ਰੂਪ ਵਿੱਚ ਪ੍ਰਾਪਤ ਹੋਇਆ ਜਾਣ ਕੇ ਵਿਚਾਰ ਕੇ ਪੜ੍ਹੇ। ਹੁਕਮਨਾਮੇ ਦੀ ਸਮਾਪਤੀ ਜਿੱਥੇ ਨਾਨਕ ਮੋਹਰ ਛਾਪ ਜਾਂ ਜਿਸ ਭਗਤ ਸਾਹਿਬ ਦਾ ਸ਼ਬਦ ਹੋਵੇ, ਉਹਨਾਂ ਦੇ ਨਾਮ ਦਾ ਆ ਜਾਣ ਤੇ ਕਰਨੀ ਹੈ। ਜੇਕਰ ਵਾਰਾਂ ਵਿੱਚੋਂ ਹੁਕਮਨਾਮਾ ਆ ਜਾਵੇ, ਤਦੋਂ ਸ਼ਲੋਕਾਂ ਦੇ ਨਾਲ ਪੌੜੀ ਦਾ ਪਾਠ ਕਰਕੇ ਹੁਕਮਨਾਮੇ ਦੀ ਸਮਾਪਤੀ ਕਰਨੀ ਹੈ। ਖਿਆਲ ਰੱਖਣਾ, ਹੁਕਮਨਾਮਾ ਲੈਣ ਲੱਗਿਆਂ ਸਵੇਰ, ਦੁਪਹਿਰ ਜਾਂ ਸ਼ਾਮ ਦਾ ਭਰਮ ਨਹੀਂ ਕਰਨਾ।
ਕਿ ਕਿਸੇ ਵਿਸ਼ੇਸ਼ ਸਮੇਂ ਤੇ ਖੱਬੇ ਪਾਸੇ ਤੋਂ ਪੱਤਰੇ ਪਰਤਣੇ ਹਨ ਜਾਂ ਸੱਜੇ ਪਾਸੇ ਤੋਂ ਹੁਕਮਨਾਮੇ ਨੂੰ ਵਿਚਾਰ ਨਾਲ ਪੜ੍ਹ ਕੇ ਧਿਆਨ ਨਾਲ ਸੁਣ ਕੇ ਆਪਣੇ ਜੀਵਨ ਵਿੱਚ ਕਮਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਤਦੋਂ ਹੀ ਗੁਰੂ ਹੁਕਮ ਨੂੰ ਪੜ੍ਹਨ ਸੁਣਨ ਦਾ ਸੰਪੂਰਨ ਲਾਭ ਪ੍ਰਾਪਤ ਹੁੰਦਾ ਹੈ। ਸੰਗਤਾਂ ਨੂੰ ਵੀ ਪਿਆਰ ਅਤੇ ਭਾਵਨੀ ਨਾਲ ਇਕਾਗਰ ਚਿੱਤ ਹੋ ਕੇ ਗੁਰੂ ਹੁਕਮ ਨੂੰ ਸਰਵਣ ਕਰਨਾ ਚਾਹੀਦਾ ਹੈ। ਗ੍ਰੰਥੀ ਸਿੰਘ ਦੇ ਹੁਕਮਨਾਮਾ ਸਰਵਣ ਕਰਵਾਉਂਦੇ ਸਮੇਂ ਸੰਗਤ ਵਿੱਚ ਕੋਈ ਵੀ ਪ੍ਰੇਮੀ ਆਪਸ ਵਿੱਚ ਗੱਲਬਾਤ ਨਾ ਕਰੇ ਅਤੇ ਨਾ ਹੀ ਕੋਈ ਪ੍ਰੇਮੀ ਗ੍ਰੰਥੀ ਸਿੰਘ ਵੱਲੋਂ ਸਰਵਣ ਕਰਵਾਏ ਜਾ ਰਹੇ ਹੁਕਮਨਾਮੇ ਦਾ ਨਾਲ ਉੱਚੀ ਆਵਾਜ਼ ਵਿੱਚ ਉਚਾਰਨ ਕਰੇ, ਭਾਵ ਨਾ ਕਰੇ, ਕਿਉਂਕਿ ਕਈ ਵਾਰ ਹੁਕਮਨਾਮੇ ਵਾਲਾ ਸ਼ਬਦ ਕਈ ਪ੍ਰੇਮੀਆਂ ਨੂੰ ਜ਼ੁਬਾਨੀ ਯਾਦ ਹੁੰਦਾ ਹੈ ਅਤੇ ਉਹ ਅਚੇਤਤਾਈ ਵਿੱਚ ਹੀ ਗ੍ਰੰਥੀ ਸਿੰਘ ਦੇ ਨਾਲ ਸ਼ਬਦ ਪੜ੍ਹਨ ਲੱਗ ਪੈਂਦੇ ਹਨ। ਇਸ ਨਾਲ ਸੰਗਤ ਵਿੱਚ ਬੇਰਸੀ ਪੈਦਾ ਹੁੰਦੀ ਹੈ। ਵੈਸੇ ਵੀ ਉਸ ਸਮੇਂ ਗੁਰੂ ਦਾ ਹੁਕਮ ਜਾਣ ਕੇ ਉਸ ਸ਼ਬਦ ਨੂੰ ਪਿਆਰ ਸਹਿਤ ਸਰਵਣ ਕਰਨਾ ਹੀ ਸਾਡਾ ਫਰਜ਼ ਹੈ। ਹੁਕਮਨਾਮਾ ਲੈਣ ਤੋਂ ਉਪਰੰਤ ਰੁਮਾਲਾ ਸਾਹਿਬ ਦੇਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਪੱਤਰੇ ਮੱਧ ਅੰਦਾਜ਼ਨ ਭਾਵ 696 ਤੋਂ 605 ਅੰਗ ਜਾਂ 705 ਅੰਗ ਜਾਂ 720 ਅੰਗ ਤੇ ਪੰਨੇ ਵਿਚਕਾਰ ਕਰ ਦੇਣੇ ਚਾਹੀਦੇ ਹਨ। ਦੀਵਾਨ ਦੀ ਸਮਾਪਤੀ ਜਾਂ ਭੋਗ ਦਾ ਅਰਦਾਸਾ ਹੋ ਗਈ, ਸਮਾਪਤੀ ਦਾ ਹੁਕਮ ਲਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।